ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਿਰਪਾ ਕਰਦੇ ਆ। ਇਹਨਾਂ ਪੰਜ ਵਕਾਰਾਂ ਦਾ, ਪੰਜ ਦੂਤਾਂ ਦਾ ਭੇਤ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿ ਜੇਕਰ ਇੱਕ ਜੀਵ ਹੁਕਮ ਤੋਂ ਬਾਹਰ ਸੱਚ ਦੇ ਆਧਾਰ ਤੋਂ ਪਿੱਛੇ ਹਟ ਕੇ ਚੱਲਦਾ ਹੈ, ਉਹਨੂੰ ਇਹ ਪੰਜ ਦੂਤ ਜਿਹੜੇ ਆ ਇਸ ਤਰੀਕੇ ਲੁੱਟਦੇ ਆ ਵੀ ਉਹ ਲੁੱਟਿਆ ਵੀ ਜਾਂਦਾ ਤੇ ਉਹਨੂੰ ਸਮਝ ਵੀ ਨਹੀਂ ਆਉਂਦੀ। ਤੇ ਸਾਰਾ ਸੰਸਾਰ ਜਿਹੜਾ ਹੈ, ਹੌਲੀ ਕਰ ਦਿਓ, ਉਹ ਇਹਨਾਂ ਦੇ ਗਿਰਫਤ ਦੇ ਵਿੱਚ ਆ ਕੇ ਹਾਰ ਕੇ, ਜੀਵਨ ਦੀ ਬਾਜੀ ਹਾਰ ਕੇ ਇੱਥੋਂ ਜਾ ਰਿਹਾ ਤੇ ਲਗਾਤਾਰ ਜਿਹੜੇ ਜੋਤ ਸਰੂਪ ਮਨ ਨੇ ਉਹ ਆਪ ਦਾ ਮੁੱਖ ਤੇ ਨਿੱਜ ਸਰੂਪ ਭੁੱਲ ਕੇ ਇੱਕ ਦੁੱਖ ਦੀ ਅਵਸਥਾ ਵਿੱਚ, ਇੱਕ ਜੂਨ ਦੀ ਅਵਸਥਾ ਦੇ ਵਿੱਚ ਵਿਚਰਦੇ ਪਏ ਨੇ। ਕਿਸੇ ਨੂੰ ਕੋਈ ਪਤਾ ਨਹੀਂ ਕਿ ਜਿਹੜਾ ਇਹ ਮੇਰੀ ਮਾਤਾ ਹੈ, ਪਿਤਾ ਹੈ, ਭੈਣ ਭਾਈ ਨੇ, ਇਹ ਕੌਣ ਨੇ, ਕਿੱਥੋਂ ਆਏ ਨੇ, ਕਿਸ ਤਰੀਕੇ ਸਾਡਾ ਸੰਜੋਗ ਬਣਿਆ ਹੈ। ਬਸ ਸਹਿਜ ਸੁਭਾਅ, ਜਿਵੇਂ ਕਿਸੇ ਨੇ ਮਾਤਾ ਦੇ ਗਰਭ ਦੇ ਵਿੱਚੋਂ ਜਨਮ ਲਿਆ, ਦੁਨਿਆਵੀ ਮਾਤਾ ਪਿਤਾ ਭੈਣ ਭਾਈਆਂ ਤੋਂ ਜੋ ਗਿਆਨ ਲਿਆ, ਉਹਦੇ ਮੁਤਾਬਕ ਹੀ ਅਸੀਂ ਇੱਕ ਦੂਜੇ ਦੇ ਨਾਲ ਸਮਾਜਿਕ ਤੌਰ 'ਤੇ, ਮਾਨਸਿਕ ਤੌਰ 'ਤੇ ਕਹਿ ਦਈਏ ਦੁਨਿਆਵੀ ਗਿਆਨ ਇੰਦਰੀਆਂ ਦੇ ਤੌਰ 'ਤੇ ਅਸੀਂ ਰਿਸ਼ਤਾ ਬਣਾ ਕੇ ਬਹਿ ਗਏ, ਜਿਹਨੂੰ ਮਹਾਰਾਜ ਕਹਿੰਦੇ ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੈ ਸਲਾਮ, ਲੂਟ ਲੈ ਸਾਕਤ ਪਤ ਖੋਵੈ, ਸਾਧ ਜਨਾ ਪੱਗ ਮਲ ਮਲ ਧੋਵੈ। ਇਹ ਪੰਕਤੀ ਇੱਥੋਂ ਸ਼ੁਰੂ ਹੁੰਦੀ। ਕਹਿੰਦੇ ਜਗਤ ਦੇ ਕੋਲੋਂ ਦਾਨ ਲੈਂਦੇ ਆ। ਕਾਹਦਾ ਦਾਨ ਲੈਂਦੇ ਆ? ਜੋ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਵਾਸਾਂ ਦਾ ਭੰਡਾਰਾ ਬਖਸ਼ਿਆ ਹੋਇਆ ਹੈ, ਸਾਨੂੰ ਸਾਡਾ ਰਿਜ਼ਕ ਦਿੱਤਾ ਹੋਇਆ ਹੈ, ਸਵਾਸਾਂ ਦਾ ਧਨ ਦਿੱਤਾ ਹੋਇਆ, ਉਹ ਇਹ ਲੁੱਟ ਲੈਂਦੇ ਆ। ਲੁੱਟਦੇ ਕਿਵੇਂ ਆ? ਕਿਉਂਕਿ ਸੁਰਤੀ ਦਾ ਧਿਆਨ ਦਾ ਖੇਲ ਹੈ। ਜਿੱਥੇ ਵੀ ਮਨ ਦੀ ਸੁਰਤੀ ਧਿਆਨ ਹੋਊਗਾ, ਮਨ ਦਾ ਜਿਹੜਾ ਸਵਾਸਾਂ ਦਾ ਧਨ ਹੈ ਉੱਥੇ ਜਮ੍ਹਾਂ ਹੋਇਆ ਮੰਨਿਆ ਜਾਊਗਾ। ਤੇ ਜੇਕਰ ਮਨ ਆਪ ਦੇ ਉਸ ਪ੍ਰਕਾਸ਼ ਮਹਿਲ ਜਿਹਦੇ ਵਿੱਚ ਇਹ ਲੱਖਾਂ ਧਰਤੀਆਂ ਘੁੰਮ ਰਹੀਆਂ ਨੇ, ਜਿਹਦੇ ਵਿੱਚ ਅਸੀਂ ਸਾਰੇ ਆਕਾਰ ਇਸ ਧਰਤੀ ਦੇ ਉੱਪਰ ਇਸ ਖਾਲੀ ਖਲਾ ਦੇ ਵਿੱਚ ਵਿਚਰ ਰਹੇ ਹਾਂ, ਜਿਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਸੱਚਖੰਡ ਨਿਰੰਕਾਰ ਵਸਦੇ ਆ ਤੇ ਕਰ ਕਰਕੇ ਵੇਖਦੇ ਆਪਦੀ ਨਜ਼ਰਾਂ ਦੇ ਵਿੱਚ, ਨਿਹਾਲ ਕਰਦੇ ਪਏ ਹਰ ਇੱਕ ਨੂੰ। ਤੇ ਉਹ ਸੱਚਖੰਡ ਦੀ ਫਿਰ ਪਰਿਭਾਸ਼ਾ ਦੱਸੀ, ਕਹਿੰਦੇ ਤਿੱਥੈ ਖੰਡ ਮੰਡਲ ਬ੍ਰਹਮੰਡ, ਜੇ ਕੋ ਕਥੈ ਤੈ ਅੰਤ ਨ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੇਂ ਤਿਵਕਾਰ। ਉਸ ਸੱਚਖੰਡ ਦੇ ਵਿੱਚ ਕਹਿੰਦੇ ਅਨੇਕਾਂ ਹੀ ਖੰਡ ਨੇ, ਮੰਡਲ ਨੇ, ਬ੍ਰਹਮੰਡ ਨੇ, ਅਨੇਕਾਂ ਹੀ ਉਹਦੇ ਵਿੱਚ ਆਕਾਰ, ਲੋ, ਪ੍ਰਕਾਸ਼ ਆਪ ਦੀ ਅਵਸਥਾ ਚੱਲਦੇ ਆ। ਜਿਵੇਂ ਕਿ ਆਪਾਂ ਧਰਤੀ ਦੇ ਉੱਪਰ ਬੈਠੇ ਹਾਂ ਤੇ ਧਰਤੀ ਇਸ ਖਾਲੀ ਖਲਾ ਦੇ ਵਿੱਚ ਚੱਕਰ ਕੱਟ ਰਹੀ ਹੈ, ਪਰ ਕਿਉਂਕਿ ਧਰਤੀ ਦੇ ਬਾਰ-ਬਾਰ ਇਹਦਾ ਰੱਖਿਆ ਚੱਕਰ, ਇਹਦਾ ਸੌਰ ਮੰਡਲ, ਇਹਦਾ ਧਵਲ ਬਣਿਆ ਹੋਇਆ, ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਧਰਤੀ ਕਿੰਨੀ ਗਤੀ ਵਿੱਚ ਜਾ ਰਹੀ ਹੈ। ਪਰ ਜਿਉਂ ਹੀ ਇਹਦੇ ਧਰਤੀ ਦੇ ਧਵਲ ਤੋਂ, ਧਰਤੀ ਦੇ ਸੌਰ ਮੰਡਲ ਤੋਂ ਬਾਹਰ ਨਿਕਲੀਏ ਤੇ ਫਿਰ ਉੱਪਰ ਜਾ ਕੇ ਪਤਾ ਲੱਗਦਾ ਹੈ ਖਾਲੀ ਖਲਾ ਦੇ ਵਿੱਚ ਜਾ ਕੇ ਕਿ ਇਹ ਧਰਤੀ ਘੁੰਮਦੀ ਪਈ ਹੈ।
ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪ ਦੀ ਸੁਰਤ ਦੁਆਰਾ ਇਸ ਬ੍ਰਹਿਮੰਡ ਦਾ ਸਫ਼ਰ ਕੀਤਾ। ਸੁਰਤੀ ਨੂੰ ਵਿਵੇਕ ਕਰਕੇ, ਸਰੀਰ ਦੁਆਰਾ ਨਹੀਂ, ਮਨ ਦੀ ਤਾਕਤ ਦੁਆਰਾ ਉਹਨਾਂ ਨੇ ਇਸ ਖਾਲੀ ਖਲਾ ਦੇ ਵਿੱਚ ਮਨ ਨੂੰ, ਉਸ ਸੁਰਤੀ ਨੂੰ ਨਿਜ ਪਦ ਤੇ ਲਿਜਾ ਕੇ ਦੇਖਿਆ ਤੇ ਦੇਖਿਆ ਅਨੇਕਾਂ ਹੀ ਖੰਡ ਮੰਡਲ ਬ੍ਰਹਿਮੰਡ ਜਿਹੜੇ ਆ ਉਹ ਇਸ ਖਾਲੀ ਖਲਾ ਦੇ ਵਿੱਚ ਘੁੰਮ ਰਹੇ ਆ। ਤੇ ਮਹਾਰਾਜ ਕਹਿੰਦੇ ਕੱਲੀਆਂ ਧਰਤੀਆਂ, ਇਹ ਸੂਰਜ ਨਹੀਂ, ਇਹ ਆਕਾਸ਼ ਜਿਹੜਾ ਪੰਜਵਾਂ ਤੱਤ ਹੈ ਆਕਾਸ਼, ਇਹ ਆਕਾਸ਼ ਵੀ ਇਸ ਖਾਲੀ ਖਲਾ ਦੇ ਵਿੱਚ ਸਰਕਟ ਕਰ ਰਿਹਾ। ਤੇ ਉਹ ਕਿਹੜੀ ਦਿਸ਼ਾ ਵਿੱਚ ਬਹਿ ਕੇ ਉਹਨਾਂ ਨੇ ਵੇਖਿਆ, ਕਹਿੰਦੇ ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਚਤੁਰ ਦਿਸ਼ਾ ਭਾਵ ਕੇ ਚੌਥੀ ਦਿਸ਼ਾ, ਚਤੁਰ ਦਿਸ਼ਾ ਭਾਵ ਕੇ ਚੌਥੇ ਤੋਂ ਉੱਪਰ ਚੌਥੇ ਪਦ ਦੇ ਵਿੱਚ ਬੈਠ ਕੇ ਉਹਨਾਂ ਨੇ ਦੇਖਿਆ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਮਾਲਕ ਦੀ ਕਿਰਪਾ ਦੇ ਨਾਲ ਉਹ ਬਲ ਦੇ ਵਿੱਚ ਚੌਥੀ ਅਵਸਥਾ ਦੇ ਵਿੱਚ, ਚੌਥੇ ਪਦ ਦੇ ਵਿੱਚ, ਚੌਥੇ ਪਦ ਕੋ ਜੋ ਨਰ ਬੁੱਝੇ, ਚੌਥੇ ਪਦ ਨੂੰ ਬੁੱਝ ਕੇ ਖਾਲੀ ਖਲਾ ਦੇ ਵਿੱਚ ਉਹਨਾਂ ਦੇਖਿਆ ਸੁਰਤ ਰੂਪ ਹੋ ਕੇ। ਕਹਿੰਦੇ ਅਨੇਕਾਂ ਹੀ ਧਰਤੀਆਂ ਘੁੰਮਦੀਆਂ ਪਈਆਂ ਤੇ ਜਿਹੜਾ ਧਰਤੀਆਂ ਦੇ ਉੱਪਰ ਵਾਸ ਹੈ ਇਹ ਆਕਾਰਾਂ ਦਾ ਵਾਸ ਹੈ, ਤੇ ਇਹ ਜਿੰਨਾ ਕਿਤੇ ਆਕਾਰ ਹੈ ਇਹ ਸੱਚਖੰਡ ਦੇ ਵਿੱਚ ਵਿਚਰਦਾ ਪਿਆ। ਪਰ ਇਸ ਅਵਸਥਾ ਦਾ ਭੇਤ ਕੁਛ ਗਿਣਵੇਂ ਗੁਰਮੁਖਾਂ ਨੂੰ ਹੁੰਦਾ ਹੈ। ਉਹ ਗੁਰਮੁਖ ਆਪ ਦੀ ਸੁਰਤੀ ਨੂੰ ਵਿਵੇਕ ਕਰ ਲੈਂਦੇ ਨੇ, ਕਿਉਂਕਿ ਜਿਹੜਾ ਮਨ ਹੈ, ਮਨ ਸਵਾਸਾਂ ਦਾ ਧਨ ਲੈ ਕੇ ਇਸ ਸਰੀਰ ਵਿੱਚ ਆਇਆ ਹੋਇਆ। ਤੇ ਜੇਕਰ ਸਾਨੂੰ ਸਾਹਮਣੇ ਇਹ ਸਾਡੇ ਘਰ ਦਾ, ਸਾਡੇ ਇਸ ਖਾਲੀ ਖਲਾ, ਸਾਡੇ ਆਪ ਦੇ ਨਿਜ ਸਰੂਪ ਦਾ, ਮਨ ਨੂੰ ਆਪਦੀ ਜੋਤ ਦਾ, ਪਵਨ ਦਾ ਭੇਤ ਨਹੀਂ, ਆਪਦੇ ਖਜ਼ਾਨੇ ਦਾ, ਆਪਦੇ ਅੰਮ੍ਰਿਤ ਰਸ ਦੇ ਖਜ਼ਾਨੇ ਦਾ ਭੇਤ ਨਹੀਂ, ਤੇ ਸਹਿਜ ਸੁਭਾਅ ਹੀ ਉਹ ਜਿਵੇਂ ਅੰਦਰੋਂ ਪਾਉਣ ਦਾ ਵੇਗ ਚੱਲਦਾ ਪਿਆ, ਜਿਵੇਂ ਅੰਦਰੋਂ ਵਿਚਾਰਾਂ ਦਾ ਵੇਗ ਚੱਲਦਾ ਪਿਆ, ਮਨ ਉਸ ਚੀਜ਼ ਦੇ ਨਾਲ ਰਲ ਕੇ ਸਾਰੀ ਉਮਰ ਲੰਘਾ ਦਿੰਦਾ ਹੈ। ਤੇ ਜਿਹੜਾ ਇਹ ਸਾਰਾ ਇੱਕ ਖੇਲ ਚੱਲਦਾ ਪਿਆ, ਇੱਕ ਨਿਰਧਾਰਤ ਕੁਦਰਤ ਦੇ ਵਿੱਚ ਵਿਧਾਨ ਚੱਲਦਾ ਪਿਆ, ਉਸ ਵਿਧਾਨ ਨੂੰ, ਉਸ ਖੇਲ ਨੂੰ ਨਾ ਸਮਝ ਕੇ ਉਹਦੇ ਵਿੱਚ ਫਸ ਜਾਂਦਾ ਹੈ। ਤੇ ਇਹ ਮਹਾਰਾਜ ਕਹਿੰਦੇ ਵੀ ਪੰਜ ਜਿਹੜੇ ਨੇ, ਜਿਹੜਾ ਇਹ ਅਣਮੁੱਲਾ ਸਵਾਸਾਂ ਦਾ ਧਨ ਲੈ ਕੇ ਆਇਆ ਸੀ, ਇਹ ਲੁੱਟ ਲੈਂਦੇ ਆ, ਸਾਰੇ ਜਗਤ ਤੋਂ ਲੁੱਟ ਲਏ ਆ, ਇਹ ਦਾਨ ਦੇ ਵਿੱਚ ਲੁੱਟ ਲੈਂਦੇ ਆ। ਤੇ ਮਹਾਰਾਜ ਕਹਿੰਦੇ ਲੂਟ ਲੈ ਸਾਕਤ ਪਤ ਖੋਵੈ। ਇਹ ਪੰਜ ਇਹ ਮਾਇਆ ਸਵਾਸਾਂ ਦਾ ਧਨ ਲੁੱਟ ਲੈਂਦੀ ਆ, ਤੇ ਕਹਿੰਦੇ ਸਾਕਤ ਜਿਹੜਾ ਆ ਉਹ ਪਤ ਖੋਂਦਾ, ਆਪਦੀ ਇੱਜ਼ਤ ਗਵਾ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿੰਦੇ ਜਿੰਨੀ ਦੇਰ ਤੱਕ ਤੁਸੀਂ ਨਾਮ ਦੀ ਪਹਿਚਾਣ ਨਹੀਂ ਕਰਦੇ, ਸੱਚ ਦੀ ਪਹਿਚਾਣ ਨਹੀਂ ਕਰਦੇ, ਅਸੀਂ ਸਹਿਜ ਸੁਭਾਅ ਕਈ ਤਾਂ ਸਾਰੇ ਜਾ ਰਹੇ ਹਾਂ ਕਿ ਸਾਨੂੰ ਨਾਮ ਦਾ ਧਨ ਮਿਲੇ, ਸਾਨੂੰ ਸੱਚ ਦਾ ਧਨ ਮਿਲੇ, ਸਾਨੂੰ ਨਾਮ ਦਾ ਧਨ ਦਿਓ, ਪਰ ਅਸੀਂ ਬੁੱਝਦੇ ਨਹੀਂ ਕਿ ਜਿਹੜਾ ਗੁਰਬਾਣੀ ਦੇ ਵਿੱਚ ਨਾਮ ਧਨ ਦੀ ਗੱਲ ਕੀਤੀ ਗਈ ਹੈ ਉਹ ਕਿਸ ਨਾਮ ਧਨ ਦੀ ਗੱਲ ਕੀਤੀ। ਬਹੁਤੇ ਤਾਂ ਅਸੀਂ ਇਹੀ ਸਮਝਦੇ ਹਾਂ ਕਿ ਵਾਹਿਗੁਰੂ ਵਾਹਿਗੁਰੂ ਕਰਨ ਨੂੰ, ਜਾਂ ਕੋ ਪੂਜਾ ਅਰਚਨਾ ਕਰਨ ਨੂੰ, ਜਾਂ ਕੋ ਨੇਮ ਕਰਨ ਨੂੰ, ਜਾਂ ਕੋ ਨਹਾਣ ਧੋਣ ਨੂੰ, ਇਹਨੂੰ ਨਾਮ ਕਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਦੀ ਜਿਹੜੀ ਪਰਿਭਾਸ਼ਾ ਦੱਸੀ ਆ, ਕਹਿੰਦੇ ਹਰਖ ਸੋਗ ਦੋਹੂ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ, ਦੀਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ। ਹਰਖ ਸੋਗ, ਗਮੀ ਖੁਸ਼ੀ ਦੇ ਵਿੱਚ ਮਨ ਦੀ ਜਿਹੜੀ ਇਹ ਲਿਵ ਉਹ ਸੱਚ ਦੇ ਨਾਲੋਂ ਟੁੱਟਦੀ ਨਹੀਂ। ਉਹ ਲਿਵ ਕਿੱਥੇ ਲੱਗਦੀ ਏ, ਕਿਹੜਾ ਨਾਮ ਹੈ, ਕਿਹੜਾ ਸੱਚ ਏ, ਇਹ ਜਿੰਨੀ ਦੇਰ ਤੱਕ ਅਸੀਂ ਇੱਕ ਪ੍ਰੈਕਟੀਕਲ ਵਾਲੇ ਗੁਰਮੁਖ ਦੇ ਨਾਲ ਜਾਂ ਗੁਰਬਾਣੀ ਗੁਰੂ ਦੇ ਵਿੱਚ ਖੋਜ ਨਹੀਂ ਕਰਦੇ। ਹੁਣ ਜੋ ਅੱਖਰਾਂ ਦਾ ਨਾਮ ਹੈ, ਚਾਹੇ ਕੋਈ ਰਾਮ ਜਪਦਾ ਹੈ, ਚਾਹੇ ਕੋਈ ਸੋਹੰਗ ਜਪਦਾ ਹੈ, ਚਾਹੇ ਕੋਈ ਵਾਹਿਗੁਰੂ ਜਪਦਾ, ਇਹ ਵਿਸਰ ਜਾਂਦਾ ਹੈ। ਤੁਸੀਂ ਮੁੱਖੋਂ ਬੋਲੋਗੇ, ਮੁੱਖੋਂ ਨਹੀਂ ਬੋਲੋਗੇ ਤੇ ਥੋੜ੍ਹਾ ਜਿਹਾ ਅੰਤਰਗਤ ਬੋਲੋਗੇ, ਪਰ ਵਿਸਰ ਜਾਏਗਾ।
ਜਦੋਂ ਨੀਂਦ ਆਉਂਦੀ ਹੈ ਉਦੋਂ ਵਿਸਰ ਜਾਏਗਾ, ਸਰੀਰ ਛੱਡੋਗੇ ਭਾਵ। ਪਰ ਮਹਾਰਾਜ ਕਹਿੰਦੇ ਆ ਵੀ ਅੱਠੇ ਪੈਰ ਹੀ ਉਹ ਤਾਂ ਵਿਸਰਦਾ ਨਹੀਂ। ਰੈਣ ਦਿਨਸ ਰਹਿ ਇੱਕ ਰੰਗਾ ਅਪਾਰ ਬ੍ਰਹਮ ਪ੍ਰਭ ਕੋ ਜਾਣੈ ਸਦ ਹੀ ਸੰਗਾ। ਆ ਖੋਲਦੇ ਗੁਰੂ ਕਹਿੰਦੇ ਰੈਣ ਦਿਨਸ ਜਿਹੜੇ ਆ ਉਹ ਇੱਕ ਰੰਗ ਦੇ ਵਿੱਚ ਰਹਿੰਦੇ ਆ ਬਸ। ਪਾਰ ਬ੍ਰਹਮ ਨੂੰ ਕਹਿੰਦੇ ਸੰਗ ਜਾਣਦੇ। ਉਹ ਰੰਗ ਬਣਦਾ ਹੈ ਮਨ ਦੇ ਧਿਆਨ ਦੁਆਰਾ, ਮਨ ਦੀ ਦ੍ਰਿਸ਼ਟੀ ਦੁਆਰਾ। ਹੁਣ ਜਿਵੇਂ ਇੱਕ ਜੀਵ ਜਿਹੜਾ ਮਾਇਆ ਦੇ ਪਾਸੋਂ ਉਹਦੇ ਕੋਲ ਘਾਟ ਹੈ ਜਾਂ ਕਿਸੇ ਪੈਸੇ ਦੀ ਘਾਟ ਹੈ, ਹੁਣ ਮੈਂ ਭਗਤੀ ਦਾ ਭਾਵ ਦੱਸਦਾ ਵੀ ਕਿਵੇਂ ਧਿਆਨ 'ਚ ਕਰਦੇ। ਜਿਵੇਂ ਹੁਣ ਸਾਡੇ ਕੋਲ ਮਾਇਆ ਦੀ ਘਾਟ ਆ ਜਾਵੇ ਤੇ ਸਾਡੇ ਕੋਲ ਬਹੁਤੇ ਜੀਵ ਜੋ ਉਹਨਾਂ ਸਾਨੂੰ ਮਾਇਆ ਦੀ ਸਹਾਇਤਾ ਦਿੱਤੀ ਹੈ ਉਹ ਸਾਡੇ ਦਰ 'ਤੇ ਮੰਗਣ ਆਉਂਦੇ ਨੇ, ਸਾਡੇ ਉੱਤੇ ਦੁਨਿਆਵੀ ਤੌਰ 'ਤੇ ਕਰਜ਼ਾ ਚੜ੍ਹ ਜਾਵੇ ਤੇ ਉਹ ਵਿਚਾਰ ਫੁਰਨੇ ਸਾਡੇ ਅੰਦਰ ਚੱਲ ਪੈਂਦੇ ਆ ਵੀ ਮੈਂ ਇਹ ਕਰਜ਼ਾ ਜਾਂ ਇਹ ਪੈਸੇ ਲਿਆਉਣੇ ਕਿੱਥੋਂ, ਲਾਉਣੇ ਕਿਵੇਂ ਆ। ਅਸੀਂ ਤਨ ਕਰਕੇ ਸਾਰਾ ਕੰਮ ਕਰੀ ਜਾਂਦੇ ਹਾਂ, ਪਰ ਸਾਡੇ ਧਿਆਨ ਦੇ ਵਿੱਚ, ਸਾਡੀ ਸੁਰਤ ਦੇ ਵਿੱਚ, ਸਾਡੇ ਚਿੱਤ ਦੇ ਵਿੱਚ ਉਹ ਵਿਚਾਰ, ਉਹ ਟੈਨਸ਼ਨ, ਉਹ ਗੱਲ ਘੁੰਮਦੀ ਰਹਿੰਦੀ ਹੈ। ਮੰਨ ਲਓ ਤੁਸੀਂ ਮੇਰੇ ਕੋਲ ਬੈਠੇ ਹੋ ਤੇ ਤੁਸੀਂ ਕੁਛ ਸੋਚ ਰਹੇ ਹੋ, ਤੁਸੀਂ ਤਨ ਕਰਕੇ ਤਾਂ ਮੇਰੇ ਕੋਲ ਹੋ, ਪਰ ਤੁਸੀਂ ਸੋਚ ਦੇ ਵਿੱਚ ਉਸ ਇਨਸਾਨ ਨੂੰ ਦੇਖ ਰਹੇ ਹੋ, ਪੈਸੇ ਨੂੰ ਦੇਖ ਰਹੇ ਹੋ, ਕਾਰਜ ਕੋ ਸੋਚ ਰਹੇ ਹੋ। ਹੁਣ ਉਹ ਚੀਜ਼ ਤੁਹਾਨੂੰ ਦਿਖ ਰਹੀ ਹੈ ਨਾ, ਦਿਖਦੀ ਹੈ ਨਾ, ਤੇ ਤੁਹਾਨੂੰ ਕੋਈ ਕਵੇ ਵਿਖਾ ਟੈਨਸ਼ਨ ਕਿੱਥੇ ਹੈ ਤੈਨੂੰ, ਤੂੰ ਕਹੇਗਾ ਮੈਨੂੰ ਤਾਂ ਟੈਨਸ਼ਨ ਦਿਖਦੀ ਪਈ ਹੈ। ਮੈਂ ਕਹਾਂਗਾ ਮੈਂ ਤਾਂ ਨਹੀਂ ਮੰਨਦਾ ਵੀ ਤੈਨੂੰ ਟੈਨਸ਼ਨ ਹੈ। ਤੂੰ ਕਹੇਗਾ ਮੈਨੂੰ ਹੈ। ਨੋਰਮਲ ਬੈਠਾ ਉਵੇਂ ਹੀ, ਅੱਖਾਂ ਨੇ ਉਵੇਂ ਹੀ, ਕੰਨ ਨੇ, ਪਰ ਤੈਨੂੰ ਕਿੱਥੇ ਟੈਨਸ਼ਨ ਦਿਖਦੀ ਪਈ ਹੈ? ਕਿੱਥੇ? ਧਿਆਨ 'ਚ, ਸੁਰਤ 'ਚ ਦਿਖਦੀ ਹੈ। ਰੰਗ ਵੀ ਦਿਖੀ ਜਾਂਦਾ, ਉਹ ਆਕਾਰ ਵੀ ਦਿਖਦਾ, ਜੇਲ੍ਹ ਵੀ ਦਿਖਦੀ ਹੋਣੀ ਆ, ਚੋਰ ਵੀ ਦਿਖਦਾ ਹੋਣਾ, ਪੁਲਿਸ ਵੀ ਦਿਖਦੀ ਹੋਣੀ ਆ, ਉਹ ਇਨਸਾਨ ਵੀ। ਚਲੋ ਆਪਾਂ ਦੇਖਦੇ ਆ ਨਾ ਕਦੇ ਜੀਵਨ 'ਚ ਕੋਈ ਨਾ ਕੋਈ ਆਉਂਦੀ, ਦਿਖਦਾ ਨਾ ਉਹ ਸਾਰਾ ਕੁਛ। ਉਹ ਕਿੱਥੇ ਦਿਖਦਾ? ਸੁਖਮ 'ਚ ਵੇਖਦਾ ਨਾ। ਇਸੇ ਤਰੀਕੇ ਗੁਰਮੁਖ ਜਿਹੜੇ ਆ, ਦੀਸੈ ਸਭ ਮੈਂ ਸਭ ਤੇ ਰਹਤੇ, ਕਹਿੰਦੇ ਉਹ ਵਿਚਰਦੇ ਦੁਨੀਆ ਦੇ ਵਿੱਚ ਹਰ ਇੱਕ ਜਗ੍ਹਾ ਹੀ ਨੇ, ਪਰ ਰਹਿ ਤਾਂ ਰਹਿੰਦੇ ਆ। ਉਹਨਾਂ ਨੇ ਜਿਸ ਤਰ੍ਹਾਂ ਮਨਮੁਖ ਨੂੰ ਤਾਂ ਅੰਦਰੋਂ ਵਿਚਾਰ ਫੁਰਨਿਆਂ ਤੋਂ ਸਿਵਾ ਇਸ ਸਰੀਰ ਦੇ ਵਿੱਚ ਕੁਛ ਲੱਭਦਾ ਨਹੀਂ, ਪਰ ਗੁਰਮੁਖ ਢੂੰਡ ਢੁੰਡੇਂਦੇ ਆ ਹਰ ਸੱਜਣ ਲੱਦਾ ਲੋੜ। ਗੁਰਮੁਖਾਂ ਨੇ ਲੱਭਦਿਆਂ ਲੱਭਦਿਆਂ ਸਾਧੂਆਂ ਦਾ ਐਸਾ ਸੰਗ ਹੋਇਆ ਵੀ ਉਹਨਾਂ ਨੇ ਇਸ ਘਟ ਦੇ ਵਿੱਚ ਸਰੀਰ 'ਚ ਪਰਮੇਸ਼ਰ ਨੂੰ ਲੱਭ ਲਿਆ, ਪਾਰ ਬ੍ਰਹਮ ਨੂੰ ਲੱਭ ਲਿਆ, ਮਹਿਸੂਸ ਕਰ ਲਿਆ ਉਸ ਚੀਜ਼ ਨੂੰ। ਜਿਵੇਂ ਫਿਰ ਆਪਾਂ ਕਹਿੰਦੇ ਨਾ ਜੀ, ਜਿਸ ਤਨ ਲੱਗੈ ਸੋਈ ਜਾਣੇ। ਜਦੋਂ ਤੈਨੂੰ ਟੈਨਸ਼ਨ ਹੋਏਗੀ ਨਾ, ਤੈਨੂੰ ਪਤਾ ਲੱਗੇਗਾ ਇਹ ਕੀ ਚੀਜ਼ ਹੈ। ਉਹ ਤਾਂ ਇੱਕ ਅਗਨ ਹੈ, ਉਹ ਇੱਕ ਦਿਮਾਗੀ ਹੈ, ਮਾਨਸਿਕ ਹੈ। ਇਸੇ ਤਰੀਕੇ ਜਦੋਂ ਪਰਮੇਸ਼ਰ ਅੰਦਰੋਂ ਲੱਭਦਾ ਹੈ ਤੇ ਤੁਸੀਂ ਕਹੋ ਵੀ ਜਿਵੇਂ ਹੁਣ ਆਪਾਂ ਵਿਚਾਰ ਕਰਦੇ ਹਾਂ, ਇਹ ਵਿਚਾਰ ਅਨੇਕਾਂ ਹੀ ਗੁਰਮੁਖ ਸੁਣਦੇ ਆ, ਪਰ ਕੁਛ ਆਪਾਂ ਦੇਖਦੇ ਹਾਂ ਨਾ, ਕਿਉਂਕਿ ਇਹ ਦੁਨੀਆ ਨੈਗੇਟਿਵ ਪੋਜ਼ੀਟਿਵ, ਸੁੱਖ ਦੁੱਖ, ਨਿੰਦਕ ਤੇ ਚੰਗੇ ਸਾਰੀ ਨੂੰ ਮਿਲਾ ਕੇ ਬਣੀ ਹੈ। ਤੇ ਆਪਾਂ ਦੇਖਦੇ ਹਾਂ ਕੁਛ % ਜੀਵ ਨਿੰਦਿਆ ਕਰਦੇ ਆ ਇਸ ਗਿਆਨ ਦੀ। ਉਹ ਕਹਿੰਦੇ ਕੁਛ ਨਹੀਂ ਹੁੰਦਾ, ਦਿਖਦਾ ਨਹੀਂ, ਕੋਈ ਯੋਗ ਮਤ ਕਹਿੰਦਾ, ਕੋਈ ਕਹਿੰਦੇ ਇਸ ਤਰ੍ਹਾਂ ਥੋੜ੍ਹਾ ਨਾ ਹੁੰਦਾ। ਆਪਾਂ ਉਹਨਾਂ ਨੂੰ ਨਹੀਂ ਕੁਛ ਕਹਿ ਸਕਦੇ, ਕਿਉਂਕਿ ਉਹਨਾਂ ਦੀ ਸੁਰਤੀ ਦਾ ਵਿਵੇਕ ਉੱਥੋਂ ਤੱਕ ਆ। ਕੋਈ ਕਹਿੰਦਾ ਮੈਂ ਸਹੀ ਹਾਂ, ਕੋਈ ਕਹਿੰਦਾ ਕਰਮ ਹੀ ਸਹੀ ਹੈ। ਠੀਕ ਹੈ ਨਾ ਜੀ। ਮਹਾਰਾਜ ਨੇ ਤਾਂ ਕਿਹਾ ਨਾ, ਕੀ ਕਿਹਾ? ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਵਿਚਾਰੇ। ਜਿੰਨੇ ਬਦਨ, ਜਿੰਨੀਆਂ ਕਹਿੰਦੇ ਤੂੰ ਆ ਸਰੀਰ ਬਣਾਏ ਨੇ ਸ੍ਰਿਸ਼ਟੀ ਦੇ ਵਿੱਚ ਨਾ, ਆਪ ਦੀ ਬੁੱਧੀ ਦੇ ਮੁਤਾਬਕ ਬਣਾਏ ਨੇ। ਦੁਨੀਆ ਆਪਾਂ ਥੋੜ੍ਹਾ ਨਾ ਬਣਾਈ ਹੈ। ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਵਿਚਾਰੇ। ਤੇ ਮਹਾਰਾਜ ਦੀ ਬੁੱਧੀ ਮੁਤਾਬਕ ਸਾਰਿਆਂ ਨੂੰ ਲਾਹਾ ਨਹੀਂ ਮਿਲਦਾ, ਕਿਸੇ ਨੂੰ ਦੁਨਿਆਵੀ ਲਾਹਾ ਹੈ, ਕਿਸੇ ਨੂੰ ਅਗੰਮੀ ਲਾਹਾ ਹੈ। ਹੁਣ ਇਸੇ ਤਰੀਕੇ ਉਹਨਾਂ ਨੂੰ ਸਮਝ ਨਹੀਂ ਹੈ ਵੀ ਇਹ ਕੀ ਗੱਲ ਹੈ, ਪਰ ਆਪਾਂ ਨੂੰ ਤਾਂ ਦਿਖਦਾ ਹੈ ਨਾ ਹੁਣ ਅੰਦਰੋਂ ਹੈ। ਆਪਾਂ ਵੀ ਸਰੀਰ ਵਿੱਚ, ਜਿਵੇਂ ਮਨਮੁਖ ਨੂੰ ਅੰਦਰੋਂ ਟੈਨਸ਼ਨ ਪ੍ਰਤੀਤ ਹੁੰਦੀ ਏ। ਹੁਣ ਇੱਕ ਇਨਸਾਨ ਬੈਠਾ, ਉਹਦੇ ਅੰਦਰ ਕਾਮ ਦੇ ਫੁਰਨੇ ਚੱਲਦੇ ਪਏ ਨੇ,
ਬੈਠਾ ਹੋਵੇ, ਪਰ ਉਹਦੇ ਧਿਆਨ 'ਚ ਕਾਮ ਚੱਲ ਪਿਆ। ਉਹ ਬੈਠਾ ਹੀ ਬੈਠਾ ਕਾਮ ਤੋਂ ਪ੍ਰਭਾਵਿਤ ਹੋ ਕੇ ਉਹ ਦ੍ਰਿਸ਼ ਬਣਾ ਰਿਹਾ ਆਪਦੇ ਅੰਦਰ, ਉਹਨੂੰ ਕਾਮ ਦਿਖਦਾ ਹੈ। ਉਹ ਔਰਤ ਜਾਂ ਉਹ ਮਰਦ ਜਾਂ ਉਹ ਸੀਨ ਉਹਨੂੰ ਦਿਖਦਾ ਪਿਆ ਅੰਦਰ। ਇੱਕ ਇਨਸਾਨ ਹੈ, ਉਹਦੇ ਅੰਦਰ ਲੋਭ ਦੇ ਵਿਚਾਰ ਚੱਲਦੇ ਪਏ ਆ ਵੀ ਪੈਸਾ ਬਣਾਉਣਾ ਹੈ, ਇਸ ਤਰ੍ਹਾਂ ਜਾਣਾ ਹੈ। ਉਹ ਸੁਰਤੀ ਵਿੱਚ ਹੀ ਜਾ ਰਿਹਾ, ਟਰੈਵਲ ਕਰ ਰਿਹਾ। ਇਸ ਤਰ੍ਹਾਂ ਟਰੈਵਲ ਕਰਨਾ ਹੈ। ਇਸ ਤਰ੍ਹਾਂ ਜਿਹੜੇ ਕਈ ਇੱਥੇ ਮੱਥੇ 'ਤੇ ਧਿਆਨ ਲਾਓ ਜੀ, ਨਾੜਾਂ 'ਚ ਧਿਆਨ ਲਾਓ ਜੀ, ਤਾਲੂ 'ਤੇ ਲਾ ਲਓ, ਦਿਖਦਾ ਫਿਰ ਵੀ ਨਹੀਂ ਕੁਛ। ਧਿਆਨ ਦਾ ਉਹਨਾਂ ਨੂੰ ਪਤਾ ਨਹੀਂ ਵੀ ਕਿਸ ਧਿਆਨ ਦੇ ਵਿੱਚ ਪਰਮੇਸ਼ਰ ਨੇ ਦਰਸ਼ਨ ਦੇਣੇ ਨੇ। ਸਹਿਜ ਸੁਭਾਅ ਹੋਵੇ ਸੋ ਹੋਏ, ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੈ ਸੋਏ। ਇਸ ਕਰਕੇ ਵਿਰਲੇ ਤੁਸੀਂ ਕੰਮ ਸਾਰਾ ਕਰੋਗੇ। ਜਿਵੇਂ ਮੰਨ ਲਓ ਤੁਸੀਂ ਸ਼ਹਿਰ ਜਾਣ ਲੱਗੇ ਹੋ ਅਤੇ ਅਚਾਨਕ ਤੁਹਾਨੂੰ ਫੋਨ ਆ ਗਿਆ ਵੀ ਖੇਤ ਦੇ ਵਿੱਚ ਨਾ ਜਿਹੜੀ ਮੋਟਰ ਆ ਉਹ ਬੰਦ ਹੋ ਗਈ, ਆਈ 2 ਮਿੰਟ। ਤੁਸੀਂ ਸ਼ਹਿਰ ਜਾਣਾ ਕਿਸੇ ਮਰੀਜ਼ ਨੂੰ ਲੈ ਕੇ ਹਸਪਤਾਲ 'ਚ, ਅਤੇ ਡਾਕਟਰ ਨੇ ਉੱਠ ਜਾਣਾ ਅੱਧੇ ਘੰਟੇ 'ਚ। ਹੁਣ ਤੁਸੀਂ ਉਹ ਵੀ ਕੰਮ ਜ਼ਰੂਰੀ ਆ, ਉਹ ਵੀ ਜ਼ਰੂਰੀ ਹੈ, ਅਤੇ ਤੁਸੀਂ ਭੱਜੇ ਹੋ ਘਰੋਂ ਖੇਤ ਲਈ, ਪਰ ਧਿਆਨ 'ਚ ਡਾਕਟਰ ਸ਼ਹਿਰ ਉਹ ਸਿਚੁਏਸ਼ਨ ਵੇਖਦੀ ਹੈ ਨਾ, ਧਿਆਨ ਉੱਧਰ ਹੈ, ਉਹ ਵੀ ਕੰਮ ਕਰਨਾ। ਇਸੇ ਤਰੀਕੇ ਭਗਤ ਗੁਰਮੁਖ ਜਿਹੜੇ ਨੇ ਇਸ ਧਰਤੀ ਦੇ ਉੱਪਰ ਆਉਂਦੇ ਨੇ, ਇਨਸਾਨਾਂ ਦੀ ਤਰ੍ਹਾਂ ਕੰਮ ਕਰ, ਧਿਆਨ 'ਚੋਂ ਪਰਮੇਸ਼ਰ ਦਿਖੀ ਜਾਂਦਾ ਹੈ। ਪਰ ਉਹ ਕਿਵੇਂ ਵੇਖਦਾ? ਪਹਿਲਾਂ ਉਹਦੀ ਪਛਾਣ ਕੀਤੀ ਹੈ। ਪਛਾਣ ਕਿਵੇਂ? ਗੁਰਮੁਖਾਂ ਦਾ ਸੰਗ ਕਰਕੇ, ਵਿਚਾਰ ਸਿਮਰਨ ਅਭਿਆਸ ਕਰਕੇ ਰੋਕ ਕੇ, ਫਿਰ ਗੁਰਮੁਖਾਂ ਨੇ ਇਸ ਦ੍ਰਿਸ਼ਟੀ ਦਾ ਇਸਤੇਮਾਲ ਕਰਨਾ, ਇਸ ਪਾਉਣ ਦੀਆਂ ਸੁਰਾਂ ਤੋਂ ਸੁਰਤੀ ਨੂੰ ਅਲੱਗ ਕਰਨਾ ਪਹਿਲਾਂ ਦੱਸਿਆ ਵੀ ਪਹਿਲਾਂ ਵੇਖ ਲਵੋ ਵੀ ਹੁਣ ਇਹ ਤਾਂ ਧਿਆਨ 'ਚ ਕੋਈ ਆਖੇ ਮੈਨੂੰ ਤਾਂ ਜੀ ਉਹ ਸਾਡੇ ਘਰ ਕੈਲੰਡਰ 'ਤੇ ਫੋਟੋ ਲੱਗੀ, ਉਹ ਮੈਨੂੰ ਸਾਰਾ ਦਿਨ ਹੀ ਅੰਤਰਗਤ ਧਿਆਨ 'ਚ ਰਹਿੰਦੀ ਹੈ, ਉਹ ਤਾਂ ਗਲਤ ਹੈ। ਵੀ ਜੇ ਧਿਆਨ ਹੈ ਤਾਂ ਕਿੱਥੇ ਧਿਆਨ? ਪਾਰ ਬ੍ਰਹਮ ਕਾ ਤੇ ਉਹ ਧਿਆਨ ਧਰਤੇ। ਪਾਰ ਬ੍ਰਹਮ ਕੀ ਹੈ? ਪ੍ਰਕਾਸ਼ ਰੂਪ। ਸੋ ਜਦੋਂ ਫਿਰ ਗੁਰਮੁਖਾਂ ਦਾ ਅਸੀਂ ਸੰਗ ਕਰੀਏ, ਫਿਰ ਵਾਹਿਗੁਰੂ ਦਾ ਅਭਿਆਸ ਅਸੀਂ ਕੀਤਾ, ਵਿਚਾਰਾਂ ਤੋਂ ਪਾਉਣ ਤੋਂ ਵੱਖ ਹੋਏ, ਅਤੇ ਉਸ ਦਰ 'ਤੇ ਅਸੀਂ ਜਾ ਕੇ ਬਹਿ ਜਾਂਦੇ ਹਾਂ। ਸੋ ਦਰ 'ਤੇ ਬੈਠ ਜਾਈਦਾ ਜਿੱਥੇ ਪਰਮੇਸ਼ਰ ਦਾ ਪ੍ਰਕਾਸ਼ ਹੈ। ਫਿਰ ਸਾਨੂੰ ਵਿਵੇਕ 'ਚ, ਗਿਆਨ ਦੇ ਵਿੱਚ ਧਿਆਨ ਦਾ ਇੱਕ ਰੂਪ ਦੇ ਕੇ ਸਾਨੂੰ ਕਹਿੰਦੇ ਨੇ ਵੀ ਆਹ ਦੇਖੋ, ਆਹ ਜੋਤ ਸੱਚ ਪ੍ਰਕਾਸ਼ ਹੈ। ਇਹ ਘੱਟ ਘੱਟ 'ਚ ਰਮਿਆ ਹੋਇਆ। ਮਾਇਆ ਇੱਕ ਜਗ੍ਹਾ 'ਤੇ ਹੈ, ਦੂਜੀ ਜਗ੍ਹਾ 'ਤੇ ਨਹੀਂ ਹੈ। ਮਾਇਆ ਤਾਂ ਇੱਕ ਜਗ੍ਹਾ 'ਤੇ ਹੈ, ਦੂਜੀ 'ਚ ਨਹੀਂ ਹੈ। ਪਰ ਇਹ ਤੁਹਾਡੇ ਚਿੱਤ 'ਚ, ਮਨ 'ਚ, ਸੁਰਤ 'ਚ, ਉੱਪਰ ਨੀਚੇ, ਈਬੇ ਹਰੀ ਉਬੇ ਹਰੀ, ਜਤ ਕਤ ਤੁਮ ਹੀ ਤੂੰ ਹੀ। ਠੀਕ ਹੈ ਨਾ ਜੀ। ਥਾਨ ਥਨੰਤਰ ਏਕੋ ਸੁਆਮੀ, ਸਗਲ ਘਟਾਕਾ ਅੰਤਰਜਾਮੀ, ਕਰ ਕਿਰਪਾ ਜਾ ਕੋ ਮੱਤ ਦੇ। ਮੱਤ ਦਿੱਤੀ ਜਿਹਨੂੰ, ਕਿਹੜੀ ਮੱਤ? ਧਿਆਨ ਦਾ ਮੱਤ ਦਿੱਤੀ। ਤੇ ਉਹ ਫਿਰ ਕੀ ਕਹਿੰਦੇ ਨੇ? ਅਬ ਤਬ ਜਬ ਕਬ ਤੂੰ ਹੀ ਤੂੰ ਹੀ, ਅਬ ਤਬ ਜਬ ਕਬ ਤੂੰ ਹੀ ਤੂੰ ਹੀ, ਇੱਥੇ ਉੱਥੇ ਜਦੋਂ ਮਰਜੀ ਤੂੰ ਹੀ ਤੂੰ। ਗੁਰਮੁਖੋ ਜਦੋਂ ਕਥਾ ਸੁਣਨੀ, ਕਥਾ ਹੀ ਸੁਣਨੀ ਆ, ਤੁਸੀਂ ਵਿੱਚ ਸਿਮਰਨ ਕਿਉਂ ਕਰ ਰਹੇ ਹੋ? ਇਹਨਾਂ ਨੂੰ ਲਾਓ। ਨਾ ਤਾਂ ਤੁਹਾਨੂੰ ਇਹ ਗਿਆਨ ਆਊਗਾ ਤੇ ਨਾ ਸਿਮਰਨ, ਫਾਇਦਾ ਨਹੀਂ ਹੈਗਾ। ਜੇ ਕਥਾ ਸੁਣਦੇ ਹੋ ਤਾਂ ਕਥਾ ਸੁਣੋ, ਸਿਮਰਨ ਕਰਦੇ ਹੋ ਸਿਮਰਨ ਕਰੋ, ਧਿਆਨ 'ਚ ਬੈਠੀ ਧਿਆਨ 'ਚ ਬੈਠੋ। ਇਹ ਤੁਸੀਂ ਕਰੀ ਜਾਓਗੇ, ਇੱਕ ਨਾੜਾਂ ਦਾ ਆਨੰਦ ਬਣ ਜਾਏਗਾ, ਹੋਰ ਕੁਛ ਨਹੀਂ ਹੋਣਾ। ਜੋ ਇੱਕ ਡਿਸਿਪਲਿਨ ਹੈ ਹਰੇਕ ਚੀਜ਼ ਦਾ, ਉਸ ਡਿਸਿਪਲਿਨ 'ਚ ਚੱਲੋ, ਗੁਰਮਤਿ ਦਾ ਰਸਤਾ ਤੈਅ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਕਥਾ 'ਚ ਬੈਠੇ ਹੋ, ਕਥਾ 'ਚ ਧਿਆਨ ਦਿਓ, ਕਿਉਂਕਿ ਗਿਆਨ ਦੀ ਗੱਲ ਹੁੰਦੀ, ਪਹਿਲਾਂ ਸਮਝੋਗੇ ਤਾਂ ਫਿਰ ਉੱਧਰ ਜਾਓਗੇ ਨਾ। ਤੁਸੀਂ ਵਿੱਚ ਸਿਮਰਨ ਕਰੀ ਜਾਂਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਫਿਰ ਜਦੋਂ ਸਮਝਾਇਆ, ਸਿੱਧਾ ਨਹੀਂ ਸਾਨੂੰ ਅੰਦਰ ਧਿਆਨ 'ਚ ਲੈ ਗਏ। ਪਹਿਲੋਂ ਆਹ ਦੇਖੋ, ਹੁਣ ਆਪਾਂ ਜਿਵੇਂ ਵਿਚਾਰ ਕੀਤੀ, ਗਿਆਨ ਦਿੱਤਾ, ਫਿਰ ਗੁਰਮੰਤਰ ਸ਼ਬਦ ਦਾ ਅਭਿਆਸ ਕਰਵਾਇਆ, ਫਿਰ ਸਾਡੀ ਸੁਰਤੀ ਨੂੰ, ਮਨ ਨੂੰ, ਧਿਆਨ ਨੂੰ ਦੇ ਦਰਸ਼ਨ ਕਰਵਾਏ। ਕਿੱਥੇ ਦਰਸ਼ਨ ਕਰਵਾਏ? ਸਿਮਰਨ ਕੀਤਾ, ਮਨ ਨੂੰ ਪਾਉਣ ਤੋਂ ਵੱਖ ਕਰਕੇ, ਫਿਰ ਇਹ ਦੁਨਿਆਵੀ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਭਾਵ ਇਹਨਾਂ ਨੇਤਰਾਂ ਤੋਂ, ਇਹਨਾਂ ਸਰੀਰ ਤੋਂ ਵੱਖ ਕਰਕੇ ਧਿਆਨ ਰੂਪ ਹੋ ਕੇ ਬਾਹਰ, ਸਾਨੂੰ ਬਾਹਰ ਕਿੱਥੇ? ਇਸ ਸਰੀਰ ਤੋਂ ਬਾਹਰ ਸਾਡੇ ਘਰ ਦੇ ਅੰਦਰ ਇਸ ਸੂਖਮ 'ਚ ਦਰਸ਼ਨ ਕਰਵਾਏ। ਫਿਰ ਇਸ ਸੂਖਮ ਦੇ ਵਿੱਚ ਜਦੋਂ ਦਰਸ਼ਨ ਹੋਏ ਤੇ ਕਹਿੰਦੇ ਇਹ ਦਰਸ਼ਨ ਨੇ ਮਾਲਕ ਦੇ, ਇਹ ਜੋਤ ਰਮੀ ਹੋਈ ਹੈ। ਦਰਸ਼ਨ ਤਾਂ ਹੋ ਗਏ, ਪਰ ਹੁਣ ਤੁਸੀਂ ਇਹਨੂੰ ਦੇਖ ਦੇਖ ਕੇ ਆਪਦੇ ਅੰਦਰੋਂ ਟੋਲੋ, ਇਹਨੂੰ ਦੇਖ ਦੇਖ ਕੇ ਇੰਨਾ ਮਨ 'ਚ ਵਸਾਓ ਵੀ ਤੁਹਾਡੇ ਅੰਦਰ ਜਿਹੜਾ ਰਮਿਆ ਹੋਇਆ ਤੁਹਾਨੂੰ ਅੰਦਰੋਂ ਪਹਿਚਾਣ ਹੋਵੇ, ਫਿਰ ਖੇਡ ਬਣੂਗੀ। ਅੰਦਰ ਭਾਵ ਕਿੱਥੇ? ਤੁਹਾਡੇ ਇਸ ਸਰੀਰ 'ਚ ਰਹਿੰਦੇ ਆ, ਤੁਹਾਡੇ ਰੋਮ ਰੋਮ, ਸੁਰਤੀ, ਵਿਵੇਕ 'ਚ ਪਹਿਚਾਣ ਹੋ ਜਾਏ। ਫਿਰ ਜਿਵੇਂ ਮਾਂ ਦੇ ਅਸੀਂ ਦਰਸ਼ਨ ਕਰਦੇ ਹਾਂ, ਮਾਂ ਨਾਲ ਪਿਆਰ ਪੈ ਜਾਂਦਾ ਹੈ,
घर वाली बच्चों नाल प्यार पै जाता तो हरेक जगह नाल ही रहिंदे रहे, सुरती च दर्शन होई जांदे ने उन्हां दे। इस तरह सच नूं देख देख के इन्ना परपक्ष कर लिया आटोमैटिक ही, क्योंकि ये तो अंदर बाहर हरेक जगह ते ने। जिवें फुरना दुनियावी तौर पर हर एक जगह ते फुरना है, माँ का फुरना ले लिया, जिथे मर्जी फिरी जाओ माँ नाल है, पर वो फुरना छड्ड दईए तो माँ पिछे हट गई। पर महाराज तो फुरने च भी ने, तो फुरने तो रहत भी नहीं। एक बारी इन्हां दी पछाण हो गई, आटोमैटिक ही इन्हां च ध्यान लग जाता, आटोमैटिक ध्यान लग जाता। जिन्हों कहते गुर के चरण हृदय उर धारे, गुर की पछाण हो गई प्रकाश की। फिर इन्हां दी चरनां दी आ सुखम च साडे आ उर्द अवस्था च मस्तक तो उपर इन्हां दे सारे चरण ने, बाहर अखा खोल के देख लो, बंद करके देख लो, ये हिरदे च चरण वस जाते, आटोमैटिक सुरत इन्हां दे विच टिक जाती है। उस नाम की नाद की पहचान हो गई, आटोमैटिक सुरती उहदे विच टिक गई। फिर चाहे जो मर्जी कर्म करदे हो, जिहड़ा महाराज ने सानू प्रेरणा दित्ती आ ना, जो गुरबाणी च आपां शब्द दी विचार करदे सीगे, मन तन अंतर तुही ध्याया, मर्म तुम्हारा गुर ते पाया। फिर मन ते तन दे विच सुरती राही असीं कहंदे तैनूं ही ध्याया है, ते किथे ये कहंदे गुरमुखां दे नाल मिल के असीं तैनूं भेत आया सानूं। फिर कहंदे हरख सोग दोहूं ते मुक्ते, सदा अलिप्त जोग अर जुगते। जोग जुगत का इस्तेमाल करते दुनिया तो अल्प रहिंदे, दुनिया च विचरदे होए सामने अंदर बाहर खब्बे सज्जे नेत्रां च नेत्रां तो बाहर जिथे भी ध्यान है, उन्होंने उस प्रकाश नूं देख देख के उन्होंने अनुभव कर करके ਉਹਦੇ ਵਿੱਚ ਧਿਆਨ ਧਰ ਕੇ ਇੰਨਾ ਪਿਆਰ ਪਾ ਲਿਆ, ਇੰਨਾ ਪਿਆਰ ਪਾ ਲਿਆ ਕਿ ਸਹਿ ਸੁਭਾਅ ਹੀ ਉੱਥੇ ਜਾ ਕੇ ਚਾਹੇ ਮਨ ਉੱਪਰ ਹੈ ਚਾਹੇ ਥੱਲੇ ਹੈ, ਉਹਨਾਂ ਨੂੰ ਉਸ ਮਾਲਕ ਦੇ ਦਰਸ਼ਨ ਹੋ ਰਹੇ ਨੇ, ਉਸ ਮਾਲਕ ਦਾ ਨਾਦ ਸੁਣੀ ਜਾ ਰਿਹਾ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਸੁਣੀਏ ਧਰਤ ਧਵਲ ਆਕਾਸ਼, ਸੁਣੀਏ ਦੀਪ ਲੋਏ ਪਤਾਲ, ਸੁਣੀਏ ਪੋਇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਫਿਰ ਚਾਹੇ ਸੁਰਤ ਕਰਕੇ ਧਰਤੀ ਤੇ ਉਹ ਧਵਲ ਚੋ ਸਰੀਰ ਚੋ ਆਕਾਸ਼ ਚੋ ਖੰਡ ਮੰਡਲ ਜਿੱਥੇ ਉਹ ਨਾਦ ਸੁਣਦਾ ਰਹਿਣਾ, ਸੁਰਤ ਨੂੰ ਸੁਣਨਾ। ਮਹਾਰਾਜ ਕਹਿੰਦੇ ਸੁਣੀਏ ਧਰਤ ਧਵਲ ਆਕਾਸ਼, ਵੀ ਧਰਤੀ ਤੇ ਵੀ ਸੁਣੋ ਧਵਲ 'ਚ ਵੀ ਸੁਣੋ। ਹੁਣ ਸਰੀਰ ਕਿਵੇਂ ਆਕਾਸ਼ ਵਿੱਚ ਜਾ ਕੇ ਸੁਣੇਗਾ, ਧਰਤੀ ਤੇ ਸੁਣੀਆਂ ਦੀਪ ਲੋ ਪਤਾਲ, ਵੀ ਪਤਾਲ 'ਚ ਜਾ ਕੇ ਸਰੀਰ ਕਿਵੇਂ ਸੁਣੇਗਾ। ਇਸ ਸਰੀਰ ਨੂੰ ਬ੍ਰਹਿਮੰਡ ਦਾ ਨਕਸ਼ਾ ਕਹਿ ਦਿੱਤਾ ਹੈ। ਅਸੀਂ ਸੁਰਤੀ ਕਰਕੇ ਦਸੇ ਦਿਸ਼ਾਵਾਂ 'ਚ ਕਿਤੇ ਵੀ ਹੋਵਾਂਗੇ, ਇਸ ਸਰੀਰ ਦੇ ਕਿਸੇ ਵੀ ਪੁਆਇੰਟ 'ਚੋਂ ਐਸਾ ਨਾਦ ਸੁਣਦਾ ਰਹੇਗਾ, ਸੱਚ ਅਨੁਭਵ ਹੁੰਦਾ ਰਹੇਗਾ। ਫਿਰ ਕਹਿੰਦੇ ਉਨ ਕੋ ਖਸਮ ਕੀਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਬਦਾਰੇ। ਤੇ ਜਿਹੜੇ ਪੰਜ ਸਾਨੂੰ ਤੰਗ ਕਰਦੇ ਸੀ, ਇਹ ਪਵਨ ਇਹ ਹੁਰਨਾ ਸਾਰਾ ਦਿਨ ਸਾਨੂੰ ਉਡਾਈ ਰੱਖਦਾ ਸੀ, ਮਹਾਰਾਜ ਇਹਨਾਂ ਦਾ ਠਾਕਾ ਕਰ ਦਿੰਦੇ ਆ, ਠਾਕ ਲਾ ਦਿੰਦੇ ਆ ਪਾਸੇ ਹਟ ਜਾਓ। ਜਿਵੇਂ ਜਿੰਨੀ ਦੇਰ ਤੱਕ ਸਾਨੂੰ ਰਿਸ਼ਤਾ ਨਹੀਂ ਲੱਭਦਾ, ਅਸੀਂ ਕਦੇ ਇੱਧਰ ਇਸ ਘਰ ਭਾਲ ਕਰਦੇ ਆ, ਦੂਜੇ ਘਰ ਭਾਲ ਕਰਦੇ ਆ, ਮਨ ਦੇ ਵਿਚਾਰ ਵੱਧਦੇ ਆ, ਜੀਵ ਇਸਤਰੀ ਦੇ ਜੀਵ ਪੁਰਸ਼ ਦੇ, ਪਰ ਜਦੋਂ ਲੱਭ ਗਿਆ ਤਾਂ ਕੀ ਕਹਿੰਦੇ ਠਾਕਾ ਕਰਤਾ, ਠਾਕਤਾ ਵੀ ਹੁਣ ਰੁਕ ਗਿਆ ਕੰਮ, ਵਰ ਘਰ ਦੀ ਪਛਾਣ ਹੋ ਗਈ। ਇਸ ਤਰ੍ਹਾਂ ਮਹਾਰਾਜ ਜਦੋਂ ਫਿਰ ਸੱਚ ਦੀ ਪਛਾਣ ਹੋ ਜਾਂਦੀ ਆ, ਸੱਚ ਤੋਂ ਉੱਪਰ ਤਾਂ ਕੋਈ ਸ਼ਕਤੀ ਨਹੀਂ। ਜਿੰਨੀ ਦੇਰ ਤੱਕ ਅਸੀਂ ਕਿਸੇ ਪਦਾਰਥ ਦੀ ਪੂਜਾ ਕਰਦੇ ਹਾਂ, ਆਕਾਰ ਦੀ ਪੂਜਾ ਕਰਦੇ ਹਾਂ, ਉਹ ਸਾਰਾ ਇਹਨਾਂ ਦੇ ਵੱਸ ਹੈ। ਇਹ ਤੰਗ ਕਰਦੇ ਰਹਿੰਦੇ, ਪਦਾਰਥ ਦੀ ਪੂਜਾ ਕੀਤੀ ਤਾਂ ਤੰਗ ਕੀਤਾ, ਨੇਮ ਸੋਚ ਸੰਜਮ ਕੀਤਾ ਤਾਂ ਤੰਗ ਕੀਤਾ, ਕਿਉਂਕਿ ਇਹ ਸਾਰਾ ਸਤੋ ਗੁਣ ਹੈ ਤੇ ਸਤੋ ਗੁਣ ਇਹਨਾਂ ਦੇ ਵੱਸ ਹੈ। ਜਾਣ ਨਹੀਂ ਛੁੱਟਦੀ, ਭਾਵੇਂ ਜਿੰਨਾ ਮਰਜ਼ੀ ਜਪ ਤਪ ਕਰ ਲਈਏ, ਕਿਉਂਕਿ ਸੁਰਤੀ ਇਹਨਾਂ ਦੇ ਦਾਇਰੇ ਚੋਂ ਬਾਹਰ ਨਹੀਂ ਨਿਕਲੀ, ਇਹਨਾਂ ਦੀ ਭਗਤੀ ਕਰਦੀ ਸੀ। ਪਰ ਜਦੋਂ ਐਸੀ ਅਵਸਥਾ ਚੌਥੇ ਪਦ ਦੇ ਵਿੱਚ ਚਤੁਰ ਦਿਸ਼ਾ ਵਿੱਚ ਸੁਰਤ ਚਲੀ ਗਈ, ਜਿੱਥੋਂ ਇਹਨਾਂ ਦਾ ਵਾਸੀ ਨਹੀਂ, ਇਹ ਸਗੋਂ ਉੱਥੋਂ ਪ੍ਰਗਟ ਹੋ ਰਹੇ ਨੇ, ਉੱਥੇ ਪਿੱਛੇ ਹਟ ਜਾਂਦੇ ਆ। ਫਿਰ ਕਹਿੰਦੇ ਉਨ ਕੋ ਖਸਮ ਕੀਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਬਦਾਰੇ। ਪਾਸੇ ਕਰ ਫਿਰ ਦਾਸਾਂ ਦੇ ਚੱਕਰ ਬਣਾ ਦਿੰਦਾ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ, ਤੇ ਉਹਨਾਂ ਦਾ ਧਿਆਨ ਜੁੜ ਜਾਂਦਾ ਹੈ ਸੱਚ ਦੇ ਵਿੱਚ, ਤੇ ਉਹਨਾਂ ਨੂੰ ਫਿਰ ਸੱਚ 'ਚ ਧਿਆਨ ਜੁੜਨ ਤੇ, ਸੱਚ ਦੇ ਦਰਸ਼ਨ ਹੋਣ ਤੇ, ਸੱਚ ਦਾ ਅਨੁਭਵ ਹੋਣ ਤੇ
ਫਿਰ ਜਿਵੇਂ ਜਿਵੇਂ ਮਨ ਮਾਲਕ ਦੇ ਵਿੱਚ ਸਮਾਉਂਦਾ ਜਾਂਦਾ ਹੈ ਤੇ ਉਹ ਵੇਖਦੇ ਨੇ ਵੀ ਇਹ ਤਾਂ ਸਾਰੇ ਆਕਾਰਾਂ 'ਚ ਮੇਰੀ ਮਾਤਾ ਭੈਣ ਭਾਈ ਸਕੇ ਸਬੀ ਤਾਂ ਸਾਰਾ ਮਾਲਕ ਹੀ ਬੋਲਦਾ ਪਿਆ। ਇਹ ਤਾਂ ਸੱਚੇ ਪਾਤਸ਼ਾਹ ਦੇ ਹੁਕਮ 'ਚ ਹੀ ਤ੍ਰੈਗੁਣ ਦਾ ਖੇਲ ਤੇ ਹੁਕਮ 'ਚ ਹੀ ਚੌਥੇ ਪਦ ਦਾ ਖੇਲ ਚੱਲਦਾ ਤੇ ਮਾਲਕ ਤੋਂ ਬਿਨਾਂ ਤਾਂ ਕੋਈ ਦਾਤਾ ਹੀ ਨਹੀਂ ਹੈਗਾ। ਉਹਨਾਂ ਦੇ ਇੰਨਾ ਵੱਡਾ ਭਰਮ ਸੀ ਸਾਨੂੰ, ਕਿਉਂਕਿ ਸੱਚ ਦੀ ਪਛਾਣ ਨਹੀਂ ਸੀ ਹੋਈ। ਆਕਾਰ ਤੇ ਮਾਇਆ ਦਾ ਧਿਆਨ ਜੁੜਿਆ ਹੋਇਆ ਸੀਗਾ ਤੇ ਅਸੀਂ ਸੋਚਦੇ ਸੀ ਕਿਤੇ ਆਕਾਰ ਹੀ ਸਾਨੂੰ ਦੇ ਰਹੇ ਨੇ, ਖਵਾ ਰਹੇ ਨੇ, ਇਹ ਸਾਡਾ ਭਲਾ ਕਰਦੇ। ਤੇ ਕਹਿੰਦੇ ਨਹੀਂ, ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ, ਤੁਮ ਸੰਗ ਹੀਤ, ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ, ਤੁਝ ਮੇਰੇ ਨਿਮਖ ਨਹੀਂ ਜਾਈ ਰਹਿਣਾ। ਇਹ ਤਾਂ ਸੱਚੇ ਪਾਤਸ਼ਾਹ ਤੁਸੀਂ ਸਾਰੇ ਪਾਸੇ। ਸਭ ਮੇਂ ਜੋਤ, ਜੋਤ ਹੈ ਸੋਏ। ਸਾਰਿਆਂ 'ਚ ਜੋਤ ਆ ਤੇ ਜੋਤ ਉਹ ਆਪ ਹੈ। ਜੋਤ ਹੈ ਸੋਏ, ਸੋਏ ਦਾ ਭਾਵ ਉਹ ਆਪ ਹੈ। ਫਿਰ ਕੀ ਕਹਿੰਦੇ, ਤਿਸ ਦੇ ਚਾਨਣ, ਵੀ ਇਹ ਜੋਤ ਤਾਂ ਹੈ ਪਰ ਇਹ ਜੋਤ ਨੂੰ ਵੀ ਤਾਂ ਆਖਰ ਕਿਤੋਂ ਐਨਰਜੀ ਮਿਲਦੀ ਹੈ, ਚਾਨਣ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਪਰ ਉਹ ਜੋਤ ਪ੍ਰਗਟ ਕਿਵੇਂ ਹੋਊਗੀ? ਗੁਰ ਸਾਖੀ ਜੋਤ ਪ੍ਰਗਟ ਹੋਈ। ਜਦੋਂ ਅਸੀਂ ਗੁਰਮੁਖਾਂ ਤੋਂ ਭੇਤ ਲੈ ਕੇ ਅੰਦਰਲੀ ਸਾਖੀ ਦੇ ਨਾਲ ਜੁੜਦੇ ਹਾਂ, ਉਸ ਧਿਆਨ 'ਚ ਜੁੜਦੇ ਹਾਂ, ਫਿਰ ਉਹ ਜੋਤ ਪ੍ਰਗਟ ਹੋ ਜਾਂਦੀ। ਤੇ ਉਹ ਤਾਂ ਇੱਕ ਸਾਨੂੰ ਸਮਝਾਉਣ ਦੇ ਲਈ ਕਹਿ ਦਿੱਤਾ ਵੀ ਤੁਸੀਂ ਜੇ ਜੋਤ ਦੇਖਣੀ ਹੈ, ਇਹਨਾਂ ਅੱਖਾਂ ਨੂੰ ਵੀ ਛੱਡਣਾ ਪਏਗਾ, ਇਸ ਸੁਰਾਂ ਨੂੰ ਵੀ ਛੱਡਣਾ ਪਏਗਾ, ਭਾਵ ਇਸ ਸਰੀਰ ਤੋਂ ਰਹਿਤ ਹੋਣਾ ਪਏਗਾ। ਵੀ ਚੰਦ ਸੂਰਜ ਨੇਤਰਾਂ ਨੂੰ ਕਹਿਤਾ ਇਹਨਾਂ ਨੂੰ ਛੱਡ ਦਿਓ, ਪਰ ਇਹਨਾਂ ਨੂੰ ਛੱਡਿਆ ਕਿਵੇਂ ਜਾਏਗਾ? ਜੇਕਰ ਤੁਸੀਂ ਖੱਬੇ ਸੱਜੇ ਜਿਹੜੀ ਸੁਭਾਅ 'ਚ ਪਾਉਣ ਚੱਲਦੀ ਹੈ, ਇੱਥੋਂ ਸੁਰਤੀ ਨੂੰ ਕੱਢੋਗੇ। ਤੇ ਫਿਰ ਉਹ ਸੁਰਤ ਦਾ ਖੇਲ ਸਾਨੂੰ ਪ੍ਰੈਕਟੀਕਲ ਕਰਕੇ ਸਮਝਾਇਆ ਜਾਂਦਾ ਹੈ। ਨਹੀਂ ਤਾਂ ਬਹੁਤੇ ਜੀ, ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ ਨਾ, ਕਈ ਤਾਂ ਇਹ ਕਹਿੰਦੇ ਨੇ ਯਾਰ ਥੋੜ੍ਹਾ ਜਿਹਾ WhatsApp ਦੇ ਉੱਪਰ ਵੀਡੀਓ ਬਣਾ ਕੇ ਜਾਂ ਬੋਲ ਕੇ ਦੱਸਿਆ ਜੇ ਵੀ ਕਿਵੇਂ ਉਹ ਜੋਤ ਜਾਤ ਸਮ ਕਰਨੀ ਹੁੰਦੀ। ਐਂ ਬੋਲਿਆ ਗੁਰੂ ਮੈਂ, ਜੋਤ ਜਾਤ। ਮੈਂ ਕਿਹਾ ਵੀ ਕਾਲ ਦੇ ਵਿੱਚ ਆ ਕੇ ਸਾਨੂੰ ਸਹੂਲਤਾਂ ਮਿਲੀਆਂ ਨੇ, ਹੁਣ ਤੁਸੀਂ ਤਾਂ ਰੱਬ ਨੂੰ WhatsApp ਤੇ ਪਾਉਣਾ ਚਾਹੁੰਦੇ। ਤੇ ਮਹਾਰਾਜ ਕੀ ਕਹਿੰਦੇ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣਿਆ ਸੀ। ਘਾਲਣਾ ਘਾਲਣੀਆਂ ਪੈਂਦੀਆਂ ਨੇ, ਤਨ ਮਨ ਧਨ ਸੌਂਪਣਾ ਪੈਂਦਾ। ਚਲੋ ਠੀਕ ਹੈ, ਕਈ ਵਾਰੀ ਸਾਡਾ ਦੂਰ ਬੈਠਿਆ ਸੰਜੋਗ ਨਹੀਂ ਹੁੰਦਾ, ਪਰ ਕੀਮਤ ਤਾਂ ਦੇਣੀ ਪੈਂਦੀ ਹੈ ਨਾ, ਕਮਾਈ ਤਾਂ ਕਰਨੀ ਪੈਂਦੀ ਹੈ ਨਾ। ਰੋਜ਼ ਆਪਾਂ ਕੀ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ, ਕਿਵੇਂ ਗਏ ਮਸੱਕਤ ਘਾਲ, ਮਸ਼ੱਕਤ ਦੇ ਨਾਲ ਘਾਲਣਾ, ਘਾਲ ਕੇ ਨਾਮ ਤੇ ਆਉਣਾ ਪੈਂਦਾ ਹੈ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜੇ ਇੰਨਾ ਸੌਖਾ ਮਿਲਦਾ ਹੁੰਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਜਗਤ ਨੂੰ ਨਾ ਤਾਰ ਕੇ ਲੈ ਜਾਂਦੇ। ਫਿਰ ਧੀਰ ਮਲੀਏ ਵੀ ਤਰ ਜਾਂਦੇ, ਫਿਰ ਮਹਾਂਦੇਵ ਵੀ ਤਰ ਜਾਂਦਾ, ਫਿਰ ਤਾਂ ਸਾਰੇ ਹੀ ਤਰ ਜਾਂਦੇ। ਜੇ ਫਰੀ ਦਾ ਹੀ ਖਜ਼ਾਨਾ ਹੁੰਦਾ, ਮਾੜਾ ਮੋਟਾ ਕੋਈ ਧਿਆਨ ਜੁਗਤੀ ਜਗਤੀ ਨਾਲ ਚੱਲਦਾ ਹੁੰਦਾ, ਰਾਵਣ ਵੀ ਤਰ ਜਾਂਦਾ, ਫਿਰ ਤਾਂ ਕੋਈ ਦੁਸ਼ਮਣ ਪੈਦਾ ਹੀ ਨਾ ਹੁੰਦਾ। ਕਹਾਣੀ ਤਾਂ ਸਾਰੀ ਘਾਲਣਾ ਦੀ ਆ, ਵੀ ਘਾਲਣਾ ਘਾਲਦੇ ਆ ਵਿਰਲੇ ਤਾਂ ਵਿਰਲੇ ਤਰੇ। ਜੇ ਕੋਈ ਮਾੜਾ ਮੋਟਾ ਹੀ ਧਿਆਨ ਹੁੰਦਾ ਵੀ ਕੋਈ ਇੱਥੇ ਧਿਆਨ ਲਾ ਲਓ ਜੀ, ਇੱਥੋਂ ਐਂ ਕਰ ਲਓ ਜੀ, ਕੋਈ ਜੋਗ ਜੁਗਤ, ਜੇ ਕੋਈ ਵਿਦਿਆ ਮਾੜੀ ਮੋਟੀ ਹੁੰਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੀ ਸੀਗਾ ਵੀ ਜੇ ਹਉਮੈ, ਇਹ ਕਾਮ ਕਰੋ ਲੋਭ ਹੰਕਾਰ ਨਿੰਦਿਆ, ਇਹ ਚੀਜ਼ਾਂ ਨਾ ਹੁੰਦੀਆਂ, ਵੀ ਇਹਨਾਂ ਤੋਂ ਉੱਪਰ ਹੀ ਕੋਈ ਜੰਤਰ ਹੁੰਦਾ ਤੇ ਮਹਾਰਾਜ ਸਾਰਿਆਂ ਨੂੰ ਦੇ ਦਿੰਦੇ, ਫਿਰ ਸਾਰੇ ਤਰ ਜਾਂਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਵਿਚਾਰੋ ਨਾ, ਸਾਰੀ ਸ੍ਰਿਸ਼ਟੀ ਨਾ ਚਲੀ ਜਾਂਦੀ। ਮਹਾਰਾਜ ਨੇ ਤਕਰੀਬਨ ਸਾਰੇ ਦੇਸ਼ਾਂ 'ਚ ਪ੍ਰਚਾਰ ਕੀਤਾ, ਪਰ ਨਹੀਂ। ਕੌਣ ਤਰੇ? ਜਿਨੀ ਨਾਮ ਤੇ ਆਇਆ। ਕਿਵੇਂ ਕਹਿੰਦੇ, ਗਏ ਮਸੱਕਤ ਘਾਲ, ਮਸ਼ੱਕਤ ਦੇ ਨਾਲ ਜਿੰਨੇ ਨਾਮ ਤੇ ਆਇਆ। ਉਦੋਂ ਵੀ ਬਥੇਰੇ ਜਦੋਂ ਪ੍ਰਚਾਰ ਗੁਰਮੁਖ ਕਰਦੇ ਆ, ਫਰੀ ਵਾਲੇ ਸਾਰੇ ਹੁੰਦੇ ਆ, ਮਲਾਈ ਜਿਵੇਂ ਹੁੰਦੀ ਨਾ, ਕਈ ਤਾਂ ਗੁਰਮੁਖ ਨੂੰ ਪਤਾ ਹੁੰਦਾ ਵੀ ਦੁੱਧ ਪਹਿਲਾਂ ਮੱਝ ਨੂੰ ਪੱਠੇ ਪਾਣੇ ਆ, ਨਵਾਉਣਾ ਹੈ, ਧਵਾਉਣਾ ਹੈ, ਟਾਈਮ ਸਿਰ ਚੋਣੀ ਹੈ, ਫਿਰ ਉਹ ਦੁੱਧ ਪਤੀਲੇ 'ਚ ਆਉਣਾ, ਗਰਮ ਕਰਕੇ ਉਬਾਲ ਕੇ ਉਹਦੇ ਉੱਤੋਂ ਮਲਾਈ ਲਾਉਣੀ। ਹੁਣ ਉਹ ਮਿਹਨਤ ਕਰਦਾ ਪਿਆ, ਸਾਰਾ ਕਰਦਾ ਪਿਆ। ਇੱਕ ਮੇਰੇ ਵਰਗਾ ਵਿਹਲੜ ਬੰਦਾ, ਉਹਨੇ ਮੱਝ ਚੋਈ, ਪਹਿਲਾਂ ਉਹਨੂੰ ਡੰਗਰ ਨੂੰ ਪੱਠੇ ਪਾਏ, ਨਵਾਇਆ ਧੋਇਆ, ਪਾਣੀ ਪਿਆਇਆ, ਸਵੇਰੇ ਉੱਠਿਆ, ਤੜਕੇ ਮੱਝ ਚੋ ਕੇ ਬਾਲਟੀ ਲਿਆ ਕੇ ਫਿਰ ਉਹਨੇ ਚੁੱਲ੍ਹੇ 'ਤੇ ਰੱਖੀ। ਮੇਰੇ ਵਰਗਾ ਆ ਦਹੀਂ ਥੋੜ੍ਹੀ ਮਲਾਈ ਦਹੀਂ ਉੱਤੋਂ ਭੋਰਾ ਦਹੀਂ ਮਲਾਈ। ਉਹ ਇੱਕ ਦਿਨ ਖਾ ਲਈ, 2 ਦਿਨ ਖਾ ਲਈ, ਉਹਦਾ ਦਿਲ ਉੱਥੇ ਠਹਿਰ ਗਿਆ, ਫਰੀ 'ਚ ਮਲਾਈ ਮਿਲ ਗਈ। ਉਹਨੂੰ ਕੀ ਪਤਾ ਮਲਾਈ ਕਿੱਥੋਂ ਬਣਦੀ ਆ। ਤੇ ਉਹ ਸਿਰਫ ਫਿਰ ਲੂਣ ਹਰਾਮੀ ਹੋ ਜਾਂਦੇ ਨੇ, ਖਾ ਖਾ ਕੇ ਹਰਾਮ ਕਰੀ ਜਾਂਦੇ ਨੇ। ਤੇ ਕੀ ਕਹਿੰਦੇ, ਕੀਤੇ ਨੂੰ ਨਹੀਂ ਸਮਝਦੇ, ਸਿਰਫ ਮਲਾਈ ਖਾਣ ਤੱਕ ਆ। ਸਿਰਫ ਦੁਨਿਆਵੀ ਐਸ਼ਾਂ ਮਿਲ ਜਾਣ, ਘਰ ਬੈਠਿਆਂ ਫਰੀ ਦਾ ਸਾਰਾ ਕੁਝ ਮਿਲ ਜਾਵੇ, ਤੇ ਕਹਿੰਦੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਕਹਿੰਦਾ ਜਿਹੜਾ ਕੀਤੇ ਹੋਏ ਨੂੰ, ਘਾਲਣਾ ਨੂੰ,
महाराज सच्चे पातशाह दीयां दातां किवें मिलदियां ने, ये नहीं ना समझदा, वो हरामखोर आ। मैं कीता ना जाता हरामखोर, हों क्या मूँह देसां दुष्ट चोर। दुष्ट हुंदे ने, चोर हुंदे ने, ਜਿਹੜੇ सिर्फ महाराज की घालना, उन्हां दी सेवा, उन्हां दी प्रतीत तो बिना सारा कुछ लेना चाहुंदे आ। सारे ना निकल जाते, कोई एक अद्धा हुंदा जी, बतेरे हुंदा ना प्रचार, कुछ नहीं जी कर्म कर लो, कुछ नहीं जी ध्यान ला लो, कुछ नहीं जी को कहंदा मत्थे ते लाओ, को कहंदा इत्थे लाओ। नहीं नहीं गुरु प्यारिओ, ये जोग जुगत दे नाल महाराज ने जन्म मरण के नाल नाल दुनिया विच जिउणा भी सिखाया, भी किरत किवें करनी आ, तृैगुण दे विच वपार किवें करना, भाईचारे दे विच किवें रहना, मेहनत दी किवें करके खानी आ। ते जदों तुसीं इत्थे सतो गुण संत मार्ग ते चलोगे तां ही भगती सच विच ध्यान लगदा है। करी जाओ तुसीं निंदिया चुगली करी जाओ, तुसीं एक दूजे दी काट धोखा धड़ियां, ते उवें कहो भी हाँ मैं तां जी सच दे सन्मुख रहना, मैं तां ब्रह्म ज्ञानी है। किवें हो सकदा है जी? फिर धीर बलिए ना बनदे। उन्हां च की कहानियां सी, ज्ञान उन्हां कोल भी बहुत सी। तुसीं देखो गुरु ग्रंथ साहब महाराज सच्चे पातशाह दी बीड़ उन्हां ने कब्जे च कर ली सी। ग्रंथ पंथ दुनियावी तौर वाला जो एक साडे प्रचार दा हब सीगा हरमंदर साहब, वो उन्होंने कब्जे च कर लिया सी। सब जुगतियां भुगतियां उन्हां कोल पता सी। गुरु घर दे विच कच्चे पिल्ले उन्होंने तोड़ के बहुत आपदे नाल ला लए सी, पर फिर निकल गए। मेहनत सिदक सारा पंथ ग्रंथ छड्ड के बिहार च जाके डेरे लाए सी। अज बिहार कितना बैकवर्ड एरिया मन्निया जाता, क्योंकि उत्थे उपज दुनियावी तौर पर नहीं हैगी। उन्हां दिनां च की सी, सिर्फ सच की दृष्टि, सच दे बोल गए सी उत्थे जाके, क्योंकि घालना गई सी बिहार, घालना गई सी आनंदपुर। जदों घालना उत्थों तुर पई ते पिछे राज तख्त बख्त घालना ने छड़ते। जिन्हां ने घालना घाली वो 40 सिंह सी, वो 36 सिंह सी। घालना होवे पल्ले, भावें 2% होइए भावें 4% होइए, दृष्टि होवे पल्ले। उदों किहड़े लख सी, लखां दी तादाद च सी। घालना वाले 40 सिंह ही सी, ते 40 ने देख लिया फिर लखां दे छक्के छड़ाते सीगे। घालना वाले सी, फ्री वाले तो छड्ड गए सीगे। कोई कहंदा सी मुठ दाणियां दी, मुठ छोलियां दी दिंदा, कोई गुरु घर दे विच जदों इन्नियां घालना इन्ने तगड़े युद्ध होए आ, छेती करके माड़ा बंदा तां नेड़े नहीं सी लगदा भी किते कोई शहीदी कोई वार दर मेरे तो ना मंग लैण, जांदे नहीं। घालना सी ते गुरु प्यारिओ अज भी घालना है। ये ना सोचो भी खजाना खुला वंडिया जा रहा ते कोई ऐसी जुगती जगती दस दिओ जी माड़ा जिहा कोई पॉइंट शोषण हो जाएगा तुहाडा इस बिरती च, क्योंकि ठगण वाले बतेरे फिरदे ने। वो आंदा बई ये वेलियां खाण हिलिया होया है। हाँ जी अपने कोल है जी एक पॉइंट, हाँ जी अपने कोल है जी एक तरीका। तुसीं घर बैठे गुरु प्यारिओ कोई घालना की लोड़ नहीं, बस आसान तरीका लाओ, मिठियां करके फसा लेंदे। ते महाराज सच्चे पातशाह ने सीधा जिहा रस्ता दिता है, सिखो शब्द प्यारिओ जन्म मरण की टेक। जे जन्म च तैनूं विपता आउंदी आ, तैनूं मरण तो बाद नहीं पता भी कित्थे जाना है, तू टेक लेनी चाहुंदा है तां शब्द सिख ला। सिखो शब्द प्यारिओ जन्म मरण की टेक, मुख उज्जल सदा सुखी नानक सिमरत एक। सिमरन कर। तैनूं जन्म दे विच कठिनाइयां आउंदियां ने, तेरे कर्म ऐसे ने, तैनूं पता नहीं लगदा मैं की करां, तैनूं ये नहीं पता मरण तो बाद कित्थे जाना है, मरना किवें है, ते शब्द सिख ला। बस घालना है, तुसीं करोगे, आप वपार करोगे, फिर संपर्क करोगे, नज़ारा भी तां बनदा है जदों आप कुछ करना नहीं। उधारियां रोटियां कोई किन्ने क दिन दिंदा, तुसीं कमाई करनी नहीं। नवें सिख साखा लभणे आ, उहदे तो फोन करके उहनूं मिल के 4 दिन उहदे तो पुछ लिया, 4 दिन मलाई लाउणी है ना आपां, ते मलाई किन्ने क दिन कोल लवाउंदा जी। ते महाराज कहंदे कबीर सिख साखा बहुते कीए। सिख ते साखा भाव के गुरमुख तां बड़े वेख ले। सिख साखा बहुते कीए, केसो कियो ना मीत। मालक नूं मित्र नहीं बनाया, इत्थे ही उलझ गए, फलाना ये कहंदा फलाना ये कहंदा, केसो कियो ना मीत।
ਚਾਲੇ ਥੇ ਹਰ ਮਿਲਨ ਕੋ, ਚੱਲੇ ਜ਼ਰੂਰ ਸੀ ਵੀ ਰੱਬ ਨੂੰ ਮਿਲ ਲਈਏ, ਕਹਿੰਦੇ ਵਿੱਚੇ ਅਟਕਿਓ ਚੀਤ, ਸਮਝ ਹੀ ਨਹੀਂ ਆਉਂਦੀ ਉਹਦੀ ਮੰਨੀਏ ਕਿ ਉਹਦੀ ਮੰਨੀਏ। ਕਿਉਂ ਜ਼ਿੰਦਗੀ ਖਰਾਬ ਕਰ ਰਹੇ ਹੋ, ਕਿਉਂ ਸਵਾਸਾਂ ਦਾ ਧਨ ਵੇਸਟ ਕਰ ਰਹੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਲਓ, ਗੁਰਮੰਤਰ ਦਾ ਅਭਿਆਸ ਕਰੋ, ਪਾਉਣ ਤੋਂ ਵੱਖ ਹੋਣਾ ਸਿੱਖੋ, ਗਿਆਨ ਇੰਦਰੀਆਂ ਨੂੰ ਛੱਡਣਾ ਸਿੱਖੋ, ਸਿੱਧਾ ਸੱਚ ਦੇ ਵਿੱਚ ਧਿਆਨ, ਫਿਰ ਸੱਚ ਦੀ ਸੇਵਾ ਕਰੋ। ਪਹਿਲੋਂ ਗੁਰਮੰਤਰ ਦੁਆਰਾ ਗਿਆਨ ਦੁਆਰਾ ਮਨ ਨੂੰ ਧੋਣਾ, ਫਿਰ ਨਾਦ ਦੀ ਸੇਵਾ ਕਰਨੀ ਆ, ਫਿਰ ਸੱਚ ਦੀ ਸੇਵਾ ਕਰਨੀ ਹੈ। 3 ਹੀ ਸਮਾਧੀਆਂ, ਇੱਕ ਪਾਉਣ ਨੂੰ ਛੱਡਣ ਲਈ, ਦੂਜੀ ਸ਼ਬਦ ਵਿੱਚ ਤੇ ਤੀਜੀ ਸੱਚ ਵਿੱਚ। 3 ਸਮਾਧੀਆਂ ਮਨ ਪਾਰ। ਸਮਾਧੀ ਤੋਂ ਭਾਵ ਪਹਿਲੀ ਪ੍ਰੈਕਟਿਸ ਗੁਰਮੰਤਰ ਦੀ, ਦੂਜੀ ਨਾਦ ਦੀ, ਤੀਜੀ ਪ੍ਰਕਾਸ਼ ਦੀ। ਤੇ ਜੇ ਪਹਿਲੋਂ ਗਿਆਨ ਚੁਲਝ ਗਏ, ਹੋਰ ਉਲਝ ਗਏ, ਫਿਰ ਸਾਡੇ ਮਨ ਨੂੰ ਟੇਕ ਲੱਗ ਜਾਂਦੀ। ਤਾਂ ਕਹਿੰਦੇ ਰਾਮ ਰਾਮ ਸੰਗ ਕਰ ਵਿਵਹਾਰ, ਰਾਮ ਰਾਮ ਪ੍ਰਾਣ ਆਧਾਰ, ਰਾਮ 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 ਕੀਰਤਨ ਗਾਏ, ਰਮਤ ਰਾਮ ਸਭ ਰਹਿਓ ਸਮਾਏ। ਸੰਤ ਜਨਾ ਮਿਲ ਬੋਲੋ ਰਾਮ, ਸੰਤ ਜਨਾ ਮਿਲ ਬੋਲੋ ਰਾਮ, ਵੀ ਸੰਤਾਂ ਨਾਲ ਰਲ ਕੇ ਰਾਮ ਰਾਮ ਅਭਿਆਸ ਕਰੋ, ਭਾਵ ਵਾਹਿਗੁਰੂ ਜਪੋ, ਸੋਹੰਗ ਜਪੋ। ਇਹ ਕਈ ਕਹਿ ਦਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜਾ ਕੋਈ ਵਾਹਿਗੁਰੂ ਸ਼ਬਦ ਲਿਖਿਆ। ਮਹਾਰਾਜ ਸੱਚੇ ਪਾਤਸ਼ਾਹ ਬੜੀ ਦੂਰ ਅੰਦੇਸ਼ੀ ਸੀਗੇ, ਕਿਉਂਕਿ ਮਹਾਰਾਜ ਨੇ ਸਾਨੂੰ ਦੱਸਿਆ ਅਸੰਖ ਨਾਮ ਅਸੰਖ ਤਾਮ, ਵੀ ਪਰਮੇਸ਼ਰ ਦੇ ਦੁਨੀਆ ਦੇ ਵਿੱਚ ਅਸੰਖ ਨਾਮ ਨੇ, ਇੱਕ ਨਾਮ ਨੂੰ ਤਰਜੀਹ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਦੁਨੀਆ ਸਾਰੀ ਮਾਲਕ ਚੋਂ ਪ੍ਰਗਟ ਹੋਈ ਹੈ, ਚਾਹੇ ਉਹਨੂੰ ਕੋਈ ਰਾਮ ਕਹਿ ਲੇ, ਚਾਹੇ ਵਾਹਿਗੁਰੂ ਕਹਿ ਲੇ। ਤੇ ਇਹ ਚਾਰੇ ਵਰਨਾਂ ਦੀ ਬਾਣੀ ਲਿਖੀ ਹੈ, ਚਾਹੇ ਕੋਈ ਰਾਮ ਜਪ ਲੇ, ਕੋਈ ਬੋਲੇ ਰਾਮ, ਕੋਈ ਖੁਦਾ ਜਪ ਲੇ, ਕੋਈ ਵਾਹਿਗੁਰੂ ਜਪ ਲੇ, ਉਹ ਪਾਰ ਹੋ ਜਾਊਗਾ ਤਰੀਕੇ ਨਾਲ ਜਪ ਕੇ, ਅੱਗੋਂ ਸੱਚ ਨਾਦ ਵਿੱਚ ਜੇਕਰ ਉਹ ਚਲਾ ਜਾਂਦਾ ਹੈ। ਤੇ ਜੇ ਇੱਥੇ ਹੀ ਕੋਈ ਲੜੀ ਜਾਂਦਾ ਹੈ, ਫਿਰ ਉਹ ਚਾਹੇ ਵਾਹਿਗੁਰੂ ਜਪੇ ਚਾਹੇ ਰਾਮ ਜਪੇ, ਉਹਨੇ ਪਾਰ ਨਹੀਂ ਹੋਣਾ, ਜੇ ਅਗਲਾ ਰਸਤਾ ਨਹੀਂ ਪਤਾ। ਤਾਂ ਕਹਿੰਦੇ ਸੰਤ ਜਨਾ ਮਿਲ ਬੋਲੋ, ਬੋਲੋ ਕੀ ਬਈ ਜੀਭਾ ਨਾਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ। ਪਹਿਲਾਂ ਬੋਲਾਂਗੇ, ਗਿਆਨ ਕਰਾਂਗੇ, ਤਾਂ ਹੀ ਮਨ ਠਹਿਰੂਗਾ, ਠਾਕਿਆ ਜਾਏਗਾ ਨਾ। ਠਾਕਾ ਹੋ ਗਿਆ, ਫਿਰ ਗਾਂ ਸੁਰਤੀ ਚੱਲ ਪੈਂਦੀ, ਉੱਥੇ ਬੋਲਣ ਦੀ ਲੋੜ ਨਹੀਂ, ਉੱਥੇ ਤਾਂ ਸੁਣਨਾ ਹੈ। ਸੁਣ ਕੇ ਫਿਰ ਹੌਲੀ ਹੌਲੀ ਸੁਣਨ ਦੀ ਵੀ ਲੋੜ ਨਹੀਂ, ਸਹਿਜ ਸੁਭਾਅ ਜਦੋਂ ਸੱਚ ਦੇ ਦਰਸ਼ਨ ਕਰੋਗੇ, ਸੁਣੀ ਵੀ ਜਾਏਗਾ, ਆਹ ਸਾਰੇ ਰੋਮਾਂ ਦੇ ਵਿੱਚੋਂ ਸਿਮਰਨ ਵੀ ਨਿਕਲਦਾ ਰਹੇਗਾ, ਤਨ ਨੂੰ ਵੀ ਖੁਰਾਕ ਮਿਲੇਗੀ, ਮਨ ਨੂੰ ਵੀ ਖੁਰਾਕ ਮਿਲੇਗੀ। ਸੋ ਇੰਨੇ ਬਚਨ ਕਰਦੇ ਹਾਂ ਕਿ ਔਖਰ ਵਾਧਾ ਘਾਟਾ ਸੰਗਤ ਗੁਰੂ ਬਖਸ਼ਣ ਜੋ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ